ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਸਾਹਿਬ, ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਸਿਆਸਤ 'ਚ ਕੋਹਰਾਮ ਮੱਚਿਆ ਹੈ। ਅੱਜ ਰਾਣਾ ਸੋਢੀ ਤਾਂ ਚਲੇ ਗਏ, ਲੇਕਿਨ ਬਾਦਲ ਪਰਿਵਾਰ ਦੇ ਇੱਕ ਕਰੀਬੀ ਰਿਸ਼ਤੇਦਾਰ ਦੇ ਭਾਜਪਾ ਨਾਲ ਜੁੜਨ ਦੇ ਚਰਚਿਆਂ ਨੇ ਜ਼ੋਰ ਫੜ ਲਿਆ। ਇੱਕ ਵੱਡੇ ਸਾਬਕਾ ਵਜ਼ੀਰ ਦੀ ਗੱਲ ਹੋ ਰਹੀ ਆ, ਜਿਨ੍ਹਾਂ ਕੋਲ ਅਹਿਮ ਮੰਤਰਾਲੇ ਰਹੇ ਆ, ਉਹਨਾਂ ਦੇ ਵੀ ਕਿਸੇ ਵੀ ਪਲ ਬੀਜੇਪੀ ਨਾਲ ਜੁੜਨ ਦੇ ਚਰਚੇ ਆ। ਇੱਕ ਬਹੁਤ ਅਹਿਮ ਖਬਰ ਕਿ ਆਮ ਆਦਮੀ ਪਾਰਟੀ ਨੇ ਆਪਣਾ ਸੀਐਮ ਦਾ ਫੇਸ ਫਾਈਨਲ ਕਰ ਲਿਆ। ਇਹਦੇ ਤੇ ਗੱਲ ਅੱਗੇ ਕਰਾਂਗੇ। ਵਧਾਈਆਂ ਅੱਜ ਦੇਣੀਆਂ ਹੀ ਦੇਣੀਆਂ ਨੇ। ਜਨਵਰੀ ਦੇ ਦੂਜੇ ਹਫ਼ਤੇ ਦੀ ਡੇਟ ਮਿਥ ਲਈ ਗਈ ਆ। ਜਿਹੜੇ ਸਰੋਤ ਦੱਸ ਰਹੇ ਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਚਿਹਰਾ ਡਿਸਾਈਡ ਲਗਭਗ ਕਰ ਲਿਆ। ਥੋੜੀ ਦੇਰ 'ਚ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਕਿ ਉਹ ਚਿਹਰਾ ਕੌਣ ਹੋਣਗੇ। ਲੇਕਿਨ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ FIR ਜਿਹੜੀ 49 ਪੇਜ ਦੀ ਆ, ਉਹਦੇ ਕਈ ਤੱਥ, ਕਈ ਪਹਿਲੂ ਔਰ ਅਦਾਲਤ ਵਿੱਚ ਜ਼ਮਾਨਤ ਨੂੰ ਲੈ ਕੇ ਔਰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਦੇ ਉੱਤੇ ਵੀ ਗੱਲ ਕਰਾਂਗੇ। ਇੱਕ ਕਨਸੋ ਅੱਜ ਅੱਗੇ ਵੱਧ ਗਈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਰਾਜਪੁਰੇ ਵਾਲੀ ਸਾਈਡ ਤੇ ਇੱਕ ਰੋਡ ਸ਼ੋਅ ਕਰਦੇ ਨਜ਼ਰ ਆਏ। ਉਹ ਬਹੁਤ ਭਰਵਾਂ ਤਾਂ ਨਹੀਂ ਸੀ। ਉਹਨਾਂ ਦੀ ਸਟੇਟਮੈਂਟ ਵੀ ਕੁਝ ਅਟਪਟੀ ਜੀ ਲੱਗੀ ਬਿਕਰਮ ਸਿੰਘ ਮਜੀਠੀਆ ਵਾਲੇ ਮਾਮਲੇ 'ਚ। ਲੇਕਿਨ ਮਾਫੀ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੇ ਵਿੱਚ ਸਿੱਧੇ ਸ਼ਾਮਲ ਹੋ ਸਕਦੇ ਆ। ਨੈਗੋਸੀਏਸ਼ਨ ਦੀ ਗੱਲਾਂ ਹੁਣ ਦੂਰ ਹੋ ਗਈਆਂ ਔਰ ਇਹ ਗੱਲ ਸਾਫ਼ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਇਸ ਗੱਲ ਤੇ ਖੜੇ ਨੇ। ਹੁਣ ਉਹਨਾਂ ਦੇ ਸਾਥੀ ਉਹਨਾਂ ਨੂੰ ਸੁਜੈਸਟ ਕਰ ਰਹੇ ਆ ਕਿ ਤੁਹਾਨੂੰ ਬੀਜੇਪੀ 'ਚ ਚਲੇ ਜਾਣਾ ਚਾਹੀਦਾ। ਹੁਣ ਬੀਜੇਪੀ ਉਹਨਾਂ ਨੂੰ ਕਿਵੇਂ ਲੈਂਦੀ ਆ, ਇਹ ਵੱਡਾ ਸਵਾਲ ਆ, ਕਿਉਂਕਿ ਅਸਫਲਤਾ ਦੇ ਟੈਗ ਨਾਲ ਕੈਪਟਨ ਅਮਰਿੰਦਰ ਸਿੰਘ ਅੱਗੇ ਵਧ ਰਹੇ ਆ। ਕਾਂਗਰਸ ਨੇ ਉਹਨਾਂ ਤੇ ਸਾਰੀ ਦੀ ਸਾਰੀ ਜਿੰਨੀ ਅਸਫਲਤਾ ਉਹ ਲੱਦ ਦਿੱਤੀ ਆ। ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਇਸ ਅਸਫਲਤਾ ਦੇ ਨਾਲ ਅੱਗੇ ਕਿਵੇਂ ਵਧਾਊਗੀ ਔਰ ਉਹਨਾਂ ਨੂੰ ਕਿੰਨਾ ਫਾਇਦਾ ਹੋਊਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਕੈਲਕੂਲੇਸ਼ਨਸ ਦੇ ਵਿੱਚ ਬਹੁਤ ਮਾਹਿਰ ਆ ਔਰ ਉਹ ਘਾਟੇ ਦਾ ਸੌਦਾ ਬਹੁਤੀ ਵਾਰੀ ਕਰਦੇ ਨਹੀਂ। ਜਿੱਥੇ ਜਿੱਥੇ ਵੀ ਉਹਨਾਂ ਸ਼ਿਕਸਤ ਖਾਧੀ ਆ, ਸੋ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਕਦੋਂ ਤੇ ਕਿੰਨਾ ਸ਼ਰਤਾਂ ਤੇ ਲੈਂਦੇ ਆ, ਗੱਲ ਵੱਖਰੀ ਆ। ਲੇਕਿਨ ਉਹਨਾਂ ਦੀ ਆਪਣੀ ਪਾਰਟੀ ਬਹੁਤੀ ਅੱਗੇ ਵੱਧਦੀ ਦਿਸਦੀ ਨਹੀਂ। ਔਰ ਲੇਕਿਨ ਜਿਹੜੀ ਗੱਲ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਆ, ਉਹ ਬੜੀ ਚੌਂਕਾ ਦੇਣ ਵਾਲੀ ਆ ਬੀਜੇਪੀ ਵਾਲੇ ਪਾਸੇ ਜਾਣ ਦੀ। ਲੇਕਿਨ ਰਾਣਾ ਸੋਢੀ ਜਦੋਂ ਅੱਜ ਚਲੇ ਗਏ ਆ ਤਾਂ ਮਾਲਵੇ ਦੇ ਉਧਰਲੇ ਖਿੱਤੇ ਦੀ ਇੱਕ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਕਾਂਗਰਸ ਨੂੰ ਝਟਕਾ ਲੱਗਿਆ। ਵੋਟ ਬੈਂਕ ਦੇ ਹਿਸਾਬ ਨਾਲ ਇਹ ਹੈਵੀ ਵੇਟ ਹਜ਼ਾਰਾਂ ਵੋਟਾਂ ਦਾ ਨੁਕਸਾਨ ਤਾਂ ਕਰਦੇ ਹੀ ਆ। ਇਹ ਜਿੱਤਦੇ ਆ ਜਾਂ ਨਹੀਂ ਜਿੱਤਦੇ, ਲੇਕਿਨ ਇਹਨਾਂ ਕੋਲ ਵਿਅਕਤੀਗਤ 10 ਤੋਂ 20 ਹਜ਼ਾਰ ਵੋਟ ਅਕਸਰ ਹੁੰਦੀ ਆ। ਸੋ ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਰਾਣਾ ਸੋਢੀ ਤਾਂ ਚਲੇ ਗਏ, ਹੁਣ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਕਨਸੋ ਆ। ਮੈਨੂੰ ਤਾਂ ਬਾਦਲ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਦਾ ਜ਼ਿਕਰ ਆਇਆ ਔਰ ਸੁਣਿਆ ਕਿ ਉਹ ਵੱਡੀ ਜ਼ਿੰਮੇਵਾਰੀ ਚਾਹੁੰਦੇ ਆ। ਕੀ ਕਹਿੰਦੇ ਹੋ ਰੰਧਾਵਾ ਜੀ? 4 ਐਡੇ ਵੱਡੇ ਅਕਾਲੀ ਲੀਡਰ ਹੈਗੇ ਨੇ ਜੀ, ਜਿਹੜਾ ਭਾਜਪਾ ਦਾ ਰੁਖ ਅਪਣਾ ਸਕਦੇ ਨੇ। ਹੁਣ ਤੁਸੀਂ ਮੈਨੂੰ ਕਹੋਗੇ ਮੈਂ ਨਾਂ ਨਹੀਂ ਲੈਣੇ, ਕਿਉਂਕਿ ਕਈ ਵਾਰ ਅਸੀਂ ਨਾਂ ਲੈਂਦੇ ਆ ਨਾ, ਭਾਵੇਂ ਸਾਡੀ ਉਹਨਾਂ ਦੇ ਨਾਲ ਸਿੱਧੀ ਗੱਲ ਹੋਈ ਹੋਏ ਔਰ ਉਹਨਾਂ ਨੇ ਇਹ ਗੱਲ ਮੰਨੀ ਵੀ ਹੋਏ, ਪਰ ਜਦ ਉਹਨਾਂ ਦਾ ਨਾਂ ਲੈਂਦੇ ਆ ਤੇ ਉਹਨਾਂ ਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਵੀ ਨਹੀਂ, ਸਾਡਾ ਨਾਂ ਨਾ ਲਓ। ਪਰ ਇਹ ਗੱਲ ਸੱਚੀ ਹੈ। ਤੇ ਇਸ ਕਰਕੇ ਅੱਜ ਜਿਹੜੇ 4 ਅਕਾਲੀ ਆਗੂਆਂ ਦੀ ਗੱਲ ਕਰ ਰਹੇ ਹਾਂ, ਅਸੀਂ ਉਹਨਾਂ ਦੇ ਨਾਂ ਬਿਲਕੁਲ ਨਹੀਂ ਲੈਣੇ। ਇੱਕ ਦਾ ਤੁਸੀਂ ਚਲੋ ਇੰਡੀਕੇਟ ਤੇ ਕਰ ਹੀ ਦਿੱਤਾ ਕਿ ਇੱਕ ਬਾਦਲ ਪਰਿਵਾਰ ਦੇ ਬੜੇ ਖਾਸ ਰਿਸ਼ਤੇਦਾਰ, ਉਹ ਵੀ ਹੁਣ ਮਾਝੇ ਦੇ ਜਰਨੈਲ ਬਣਨ ਦੀ ਤਿਆਰੀ ਕਰ ਰਹੇ ਨੇ। 5 ਸੀਟਾਂ ਦੀ ਮੰਗ ਹੈਗੀ ਹੈ, ਉਹ ਮਿਲਦੀ ਹੈ ਨਹੀਂ ਮਿਲਦੀ ਹੈ ਇਹ ਤੇ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ। ਪਰ ਉਹਨਾਂ ਨੇ ਬੀਜੇਪੀ ਦੇ ਵਿੱਚ ਬੀਜੇਪੀ ਦੇ ਜਹਾਜ਼ ਦੇ ਵਿੱਚ ਚੜਨ ਦੀ ਪੂਰੀ ਤਿਆਰੀ ਕਰ ਲਈ। ਆਪਾਂ ਭਾਸਕਰ ਸਾਹਿਬ ਕਾਹਦਾ ਘੁੰਡ ਕੱਢਣਾ ਆਂਦੇ, ਨੱਚਣ ਲੱਗਿਆ ਘੁੰਡ ਕਾਹਦਾ ਕੱਢਣਾ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਜ਼ਿਕਰ ਕਰਨਾ ਕੋਈ ਬਹੁਤਾ ਮਾੜਾ ਤਾਂ ਹੈ ਨਹੀਂ। ਗੱਲ ਦੇਖੋ, ਬੇਚੈਨੀਆਂ ਤਾਂ ਅੰਦਰ ਸੀਗੀਆਂ, ਅਨਰੈਸਟ ਤਾਂ ਸੀਗੀ। ਉਹ ਇੱਥੇ ਮਾਝੇ ਦੀ ਪੋਲਿਟਿਕਸ ਵਿੱਚ ਇੱਕ ਦੂਜੇ ਨਾਲ ਖਹਿਬਾਜ਼ੀ ਤਾਂ ਦੇਰ ਦੀ ਚੱਲਦੀ ਹੈ। ਪਹਿਲਾਂ ਬ੍ਰਹਮਪੁਰਾ ਆਊਟ ਹੋਏ ਇਸੇ ਚੱਕਰ ਦੇ ਵਿੱਚ, ਤੇ ਹੁਣ ਆਦੇਸ਼ ਪ੍ਰਤਾਪ ਸਿੰਘ ਕਾਫੀ ਦੇਰ ਤੇ ਘੁੱਟਣ ਮਹਿਸੂਸ ਕਰ ਰਿਹਾ। ਰਿਸ਼ਤੇਦਾਰੀ ਭਾਵੇਂ ਨੇੜੇ ਦੀ ਆ, ਲੇਕਿਨ ਉਹਨਾਂ ਦਾ ਕਾਫੀ ਜ਼ਿਆਦਾ ਪੰਗੇਬਾਜ਼ੀ ਵਿਰਸਾ ਸਿੰਘ ਵਲਟੋਆ ਨਾ ਹੋਈ। ਵਿਰਸਾ ਸਿੰਘ ਵਲਟੋਆ ਤਾਂ ਇੱਕ
ਮਹਿਜ ਨਾਂ ਨੇ। ਅਸਲ ਦੇ ਵਿੱਚ ਤਾਂ ਇਹ ਬਿਕਰਮ ਸਿੰਘ ਮਜੀਠੀਆ ਨਾਲ ਹੀ ਉਲਝਣ ਚੱਲਦੀ ਪਈ ਸੀ। ਸੁਣਿਆ ਵੱਡੇ ਪੱਧਰ ਤੇ ਬੀਜੇਪੀ ਨੇ ਯਤਨ ਕੀਤਾ, ਉਹਨਾਂ ਨਾਲ ਗੱਲ ਅੱਗੇ ਵਧਾਈ ਆ। ਉਹ ਹੁਣ ਕਦੋਂ ਤੇ ਕਿਵੇਂ ਸਿਰੇ ਚੜ੍ਹਦੀ ਇੱਕ ਅਲੱਗ ਪਹਿਲੂ ਆ, ਲੇਕਿਨ ਗੱਲਬਾਤ ਟੇਬਲ ਤੱਕ ਪਹੁੰਚੀ ਆ ਔਰ ਵੱਖ-ਵੱਖ ਪੱਧਰਾਂ ਦੇ ਉੱਤੇ ਇਹਦੇ ਤੇ ਮੱਥਾ ਪੱਚੀ ਹੋਈ ਆ। ਹੁਣ ਅੱਗੇ ਗੱਲ ਵਧਾਓ। ਬਿਲਕੁਲ ਠੀਕ ਕਹਿ ਰਹੇ ਹੋ, ਔਰ ਗੱਲ ਸਿਰੇ ਤੱਕ ਤਕਰੀਬਨ ਪਹੁੰਚ ਚੁੱਕੀ ਹੈ, ਔਰ ਬੜੀ ਛੇਤੀ ਜੋ ਆਪਾਂ ਪਹਿਲੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਵੀ ਭਾਜਪਾ ਇੱਕ ਸ਼ੈਡਿਊਲ ਬਣਾ ਰਹੀ ਹੈ ਕਿਹਨੂੰ ਕਿੱਥੇ ਤੇ ਕਿੱਦਾਂ ਜੁਆਇਨ ਕਰਾਉਣਾ ਹੈ, ਤੇ ਉਹ ਸ਼ੈਡਿਊਲ ਦੀ ਸ਼ੁਰੂਆਤ ਅੱਜ ਹੋ ਗਈ ਹੈ। ਅਸੀਂ ਪਹਿਲੇ ਵੀ ਪ੍ਰੋਗਰਾਮ ਦੇ ਵਿੱਚ 21 ਤਰੀਕ ਦਾ ਜ਼ਿਕਰ ਕੀਤਾ ਸੀਗਾ ਕਿ 21 ਤਰੀਕ ਨੂੰ ਭਾਜਪਾ ਨੂੰ ਕਾਂਗਰਸ ਦੇ ਐਮਐਲਏ ਜੁਆਇਨ ਕਰ ਸਕਦੇ ਨੇ, ਔਰ ਅੱਜ ਰਾਣਾ ਸੋਢੀ ਉਹਨਾਂ ਜੁਆਇਨ ਕਰ ਗਏ। ਹੁਣ ਗੱਲ ਤੁਸੀਂ ਖੋਲ ਹੀ ਦਿੱਤੀ ਹੈ, ਤੇ ਆਦੇਸ਼ ਪ੍ਰਤਾਪ ਕਹਿਰੋ ਉਹਨਾਂ ਵੀ ਛੇਤੀ ਭਾਜਪਾ ਦਾ ਦਾਮਨ ਥਾਮ ਸਕਦੇ ਨੇ। ਹੁਣ ਬਾਕੀ ਦੇ 3 ਨਾਮਾਂ ਵਾਸਤੇ ਤੁਸੀਂ ਮੈਨੂੰ ਮਜਬੂਰ ਨਾ ਕਰਨਾ ਕਿ ਮੈਂ ਨਹੀਂ ਦੱਸਣੇ, ਕਾਰਨ ਕਿ ਉਹ ਹੁੰਦੇ ਤੇ ਆਪਣੇ ਸੂਤਰ ਵੀ ਨੇ ਤੇ ਮਿੱਤਰ ਵੀ ਨੇ। ਜੇ ਆਪਾਂ ਉਹਨਾਂ ਦਾ ਨਾਂ ਦੱਸ ਦਿੰਦੇ ਹੁੰਦੇ ਨੇ, ਉਹ ਫਿਰ ਸਾਡੇ ਦੁਸ਼ਮਣ ਬਣ ਜਾਂਦੇ ਨੇ, ਤੇ ਅਸੀਂ ਨਾਂ ਨਹੀਂ ਦੱਸਣੇ। ਉਹਦੇ ਵਿੱਚੋਂ 2 ਕੁ ਮਾਲਵਾ ਦੇ ਹੈਗੇ ਨੇ, ਔਰ 1 ਦੁਆਬੇ ਦੇ ਵੀ ਹੈਗੇ ਨੇ ਜੀ। ਚਲੋ ਅੱਗੇ ਆਪਾਂ ਤੁਰਨੇ ਆ, ਔਰ ਬੜੀ ਛੇਤੀ ਅਕਾਲੀ ਦਲ ਨੂੰ ਵੀ ਕੁਝ ਐਦਾਂ ਦਾ ਝਟਕਾ ਲੱਗ ਸਕਦਾ ਹੈ, ਕਿਉਂਕਿ ਸ਼ਾਇਦ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਕਿ ਇਹ ਛੱਡ ਕੇ ਜਾਣਗੇ ਸਾਨੂੰ। ਔਰ ਹੁਣ ਜਿਹੜਾ ਰਾਣਾ ਸੋਢੀ ਉਹਨਾਂ ਦੀ ਗੱਲ ਕਰੀਏ, ਅੱਜ ਜਦ ਰਾਣਾ ਸੋਢੀ ਉਹਨਾਂ ਭਾਜਪਾ ਜੁਆਇਨ ਕਰ ਰਹੇ ਸੀਗੇ, ਉਸ ਤੋਂ ਬਾਅਦ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਕਿ ਵੀ ਤੁਸੀਂ ਤੇ ਕੈਪਟਨ ਸਾਹਿਬ ਦੇ ਬੜੇ ਕਲੋਜ਼ ਸੀਗੇ, ਤੇ ਕੈਪਟਨ ਸਾਹਿਬ ਨੇ ਇੱਕ ਪਾਰਟੀ ਬਣਾਈ ਹੈ ਪੰਜਾਬ ਲੋਕ ਕਾਂਗਰਸ, ਤੁਸੀਂ ਉਹ ਕਿਉਂ ਨਹੀਂ ਜੁਆਇਨ ਕੀਤੀ? ਉਹਦੀ ਭਾਜਪਾ ਦੇ ਨਾਲ ਅਲਾਈਅੰਸ ਹੋਣ ਦੀ ਪੂਰੀ ਸੰਭਾਵਨਾ ਕਿ ਹੁਣ ਤੇ ਫਾਈਨਲ ਹੀ ਹੋ ਗਿਆ। ਉਹਨਾਂ ਨੇ ਇਸ ਗੱਲ ਦਾ ਜਵਾਬ ਸਿੱਧੇ ਤੌਰ ਤੇ ਨਹੀਂ ਦਿੱਤਾ। ਉਹਨਾਂ ਨੇ ਕਿਹਾ ਭਾਜਪਾ ਹੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਕਰ ਸਕਦੀ ਹੈ ਔਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰ ਸਕਦੀ ਹੈ। ਇਸ ਕਰਕੇ ਭਾਜਪਾ ਜੁਆਇਨ ਕੀਤੀ। ਅੱਛਾ, ਇੱਕ ਚੀਜ਼ ਭਾਸਕਰ ਸਾਹਿਬ, ਮੈਂ ਫਿਰ ਮਾਫੀ ਚਾਹੁੰਦਾ ਰੋਕਿਆ। ਇੱਕ ਚੀਜ਼ ਬੜੀ ਅਹਿਮ ਆ, ਜਦੋਂ ਇਹ ਜੁਆਇਨਿੰਗ ਹੋ ਰਹੀ ਸੀ ਤੇ ਮਨਜਿੰਦਰ ਸਿੰਘ ਸਿਰਸਾ ਦਾ ਰੋਲ ਉੱਥੇ ਕਾਫੀ ਵੱਡਾ ਲੱਗ ਰਿਹਾ ਸੀ। ਇਸੇ ਸੰਦਰਭ 'ਚ ਮੈਂ ਇੱਕ ਗੱਲ ਕਰਨੀ ਚਾਹੁੰਦਾ ਹੈ। ਅੱਜ ਲਗਾਤਾਰ ਜਦੋਂ ਰਾਣਾ ਸੋਢੀ ਦੀ ਗੱਲ ਚੱਲਦੀ ਪਈ ਸੀ ਨਾ, ਤੇ ਉਸੇ ਵੇਲੇ ਹੀ ਸਿਕੰਦਰ ਸਿੰਘ ਮਲੂਕਾ ਦਾ ਨਾਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਆ ਰਿਹਾ ਸੀ ਕਿ ਉਹ ਵੀ ਬੇਚੈਨ ਨੇ ਅੰਦਰ, ਉਹ ਵੀ ਘੁੱਟਣ ਮਹਿਸੂਸ ਕਰਦੇ ਆ। ਮਨਜਿੰਦਰ ਸਿੰਘ ਸਿਰਸਾ ਕਿਉਂਕਿ ਅੰਦਰ ਦੀਆਂ ਜਾਣਦੇ ਨੇ, ਦਿਲ ਫਰੋਲਦੇ ਰਹੇ ਨੇ ਇਹ ਇਕੱਠੇ, ਇੱਕ ਦੂਜੇ ਦਾ ਅਕਾਲੀ ਲੀਡਰਸ਼ਿਪ ਕੋਰ ਕਮੇਟੀਆਂ ਤੋਂ ਲੈ ਕੇ ਬਾਕੀ ਸਮਾਗਮਾਂ ਤੱਕ ਇਕੱਠੇ ਵਿਚਰਦੇ ਰਹੇ। ਸੋ ਮਨਜਿੰਦਰ ਸਿੰਘ ਸਿਰਸਾ ਇੱਕ ਦੂਰ ਦੀ ਕੌਡੀ ਸਾਬਤ ਹੋ ਰਿਹਾ ਬੀਜੇਪੀ ਲਈ। ਔਰ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਗੱਲ ਆ, ਜਿੱਥੋਂ ਤੱਕ ਉਹ ਆਪਣੇ ਪੁੱਤਰ ਦੀ ਤੇ ਆਪਣੀ 2 ਟਿਕਟਾਂ ਨੂੰ ਲੈ ਕੇ ਇੱਕ ਵੇਲੇ ਨਾਰਾਜ਼ ਵੀ ਹੋ ਗਏ ਸੀ। ਸੋ ਸਭ ਤੋਂ ਪਹਿਲਾਂ ਜਿੱਥੇ ਨਾਰਾਜ਼ਗੀਆਂ ਨੇ, ਮੈਨੂੰ ਲੱਗਦਾ ਉੱਥੇ ਨੌਕ ਕੀਤਾ ਜਾ ਰਿਹਾ। ਇਹ ਦਿਲਚਸਪ ਗੱਲ ਆ ਕਿ ਸਭ ਤੋਂ ਪਹਿਲਾਂ ਜਿੱਥੇ ਅੰਦਰ ਜਿੱਥੇ ਦੁੱਖ ਸੀ, ਨਬਜ਼, ਉੱਥੇ ਹੱਥ ਰੱਖਿਆ ਗਿਆ। ਕੀ ਕਹਿੰਦੇ ਜੇ ਇਹ ਸੱਚ ਆ? ਅਸੀਂ ਦਾਅਵਾ ਨਹੀਂ ਕਰ ਰਹੇ ਕਿ ਮਲੂਕਾ ਜਾ ਰਹੇ ਆ ਕਿ ਨਹੀਂ ਜਾ ਰਹੇ, ਬਿਲਕੁਲ ਨਹੀਂ, ਕਿਉਂਕਿ ਅਸੀਂ ਇਹਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਨਹੀਂ ਕੀਤੀ। ਇਹ ਖਬਰ ਹੈ, ਨਾਰਾਜ਼ਗੀਆਂ ਨੇ, ਸਿਰਸਾ ਉੱਥੇ ਖੜਾ ਹੈ, ਇਹਦਾ ਮਤਲਬ ਹੈ ਕਿ ਧੂਆਂ ਤਾਂ ਹੈ, ਅੱਗ ਵੀ ਹੋ ਸਕਦੀ ਹੈ। ਨਹੀਂ, ਦੇਖੋ ਜਦ ਤੁਸੀਂ ਸਿਰਸਾ ਉਹਨਾਂ ਦੀ ਗੱਲ ਕਰਦੇ ਹੋ, ਤੇ ਯਾਦ ਹੈ ਅਸੀਂ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਘਰ ਤਾਂ ਭੇਤੀ ਲੰਕਾ ਢਾਏ। ਉਸ ਦੇ ਵਿੱਚ ਤੁਸੀਂ ਮੈਨੂੰ ਟੋਕਿਆ ਵੀ ਸੀਗਾ ਵੀ ਲੰਕਾ ਨਾ ਕਹੋ। ਖਾਸ ਕਰਕੇ ਇੱਕ ਸ਼ਬਦ ਜਦ ਮੈਂ ਰਾਵਣ ਦਾ ਨਾਂ ਲਿਆ ਸੀ, ਉਹ ਵੀ ਨਾ ਕਹੋ। ਉਹ ਮੈਂ ਆਪਣੀ ਗਲਤੀ ਮੰਨੀ ਸੀਗੀ ਕਿ ਸਾਨੂੰ ਕਿਸੇ ਨੂੰ ਵੀ ਕਿਸੇ ਤਰੀਕੇ ਨਾਲ ਕਹਿਣ ਦੀ ਕੋਈ ਇਜਾਜ਼ਤ ਨਹੀਂ ਹੈਗੀ। ਔਰ ਜਿੱਥੇ ਤੱਕ ਕਹਾਵਤ ਹੈਗੀ ਹੈ ਘਰ ਦਾ ਭੇਤੀ ਲੰਕਾ ਢਾਏ, ਤੇ ਜਿਹੜੇ ਸਿਰਸਾ ਉਹਨਾਂ ਨੂੰ ਯਕੀਨੀ ਤੌਰ ਤੇ ਪਤਾ ਹੈ ਵੀ ਕਿੱਥੇ ਕਿੱਥੇ ਅੱਗ ਲੱਗੀ ਹੋਈ ਹੈ, ਜਾਂ ਫਿਰ ਧੂਆਂ ਦੇਖ ਕੇ ਹੀ ਪਤਾ ਲਗਾ ਦਿੰਦੇ ਨੇ ਵੀ ਅੱਗ ਕਿੱਥੇ ਹੈ। ਤੇ ਇਹ ਜਿਹੜਾ ਮਲੂਕਾ ਸਾਹਿਬ ਦਾ ਵੀ ਤੁਸੀਂ ਨਾਂ ਲਿਆ, ਮਲੂਕਾ ਸਾਹਿਬ ਪਰ ਭਾਵੇਂ 14 ਤਰੀਕ ਦੀ ਰੈਲੀ ਦੇ ਵਿੱਚ ਸਟੇਜ ਤੋਂ ਸਭ ਤੋਂ ਪਹਿਲੇ ਪਹੁੰਚੇ ਸੀਗੇ, ਪਰ ਉਹਨਾਂ ਦਾ ਦਿਲ ਹਜੇ ਤੱਕ ਦਰਦ ਤੋਂ ਕਰਾ ਰਿਹਾ ਸੀਗਾ ਜਦ ਉਹਨਾਂ ਦੇ ਬੇਟੇ ਨੂੰ ਮੋੜ ਤੋਂ ਟਿਕਟ ਦੇਣ ਤੋਂ ਸਾਫ਼ ਇਨਕਾਰ ਕਰਤਾ ਅਕਾਲੀ ਦਲ ਨੇ। ਹਾਲਾਂਕਿ ਮੋੜ ਦੇ ਵਿੱਚ ਉਹਨਾਂ ਨੇ ਬੜੀ ਮਿਹਨਤ ਕੀਤੀ ਸੀਗੀ, ਔਰ ਉਹਨਾਂ ਦੀ ਇੱਛਾ ਸੀਗੀ ਕਿ ਜਿੱਥੋਂ ਉਹ ਰਾਮਪੁਰਾ ਫੁੱਲ ਤੋਂ ਆਪਣੇ ਬੇਟੇ ਨੂੰ ਇਲੈਕਸ਼ਨ ਲੜਾਉਣ, ਔਰ ਮੋੜ ਤੋਂ ਉਹ ਖੁਦ ਇਲੈਕਸ਼ਨ ਲੜਨ, ਮੋੜ ਤੋਂ ਆਪ ਲੜਨਾ ਚਾਹੁੰਦੇ ਜੀ, ਮੋੜ ਤੇ ਆਪ ਲੜਨਾ ਚਾਹੁੰਦੇ ਸੀਗੇ। ਔਰ ਉਹ ਜਗਮੀਤ ਬਰਾੜ ਨੂੰ ਅਕਾਲੀ ਦਲ ਨੇ ਟਿਕਟ ਦੇ ਕੇ, ਉਹ ਕਿਹਾ ਜਾਂਦਾ ਸੀਗਾ ਵੀ ਬੀਬਾ ਹਰਸਿਮਰਤ ਕੌਰ ਉਹਨਾਂ ਦੇ ਕੋਟੇ ਤੋਂ ਉਹ ਜਗਮੀਤ ਬਰਾੜ ਨੂੰ ਉਹ ਟਿਕਟ ਦੇ ਦਿੱਤੀ ਗਈ ਸੀ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਨਾ ਤੁਸੀਂ ਲੈ ਹੀ ਦਿੱਤਾ, ਕਈ ਚੈਨਲ ਤੇ ਨਾ ਚੱਲ ਵੀ ਰਿਹਾ, ਔਰ ਇਹ ਵੀ ਬੜੀ ਛੇਤੀ ਭਾਜਪਾ ਦੀ ਸਟੇਜ ਦੇ ਉੱਤੇ ਦੇਖੇ ਜਾ ਸਕਦੇ। ਹੋਰ ਵੀ ਕਈ ਨਾਂ ਨੇ, 2 ਕੁ ਨਾਂ ਤੇ ਮੈਨੂੰ ਵੀ ਪਤਾ ਹੈਗੇ ਨੇ
ਪਰ ਉਹਨਾਂ ਦੇ ਨਾਮ ਹੈ ਬਿਲਕੁਲ ਨਹੀਂ ਦੱਸਣੇ, ਭਾਵੇਂ ਨਾ ਤੁਸੀਂ ਨਾ, ਜਿੰਨਾ ਤੁਸੀਂ ਬਜ਼ੁਰਗ। ਤੁਸੀਂ ਬਿਲਕੁਲ ਨਾਂ ਨਹੀਂ ਲੈਣਾ, ਪਰ ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਸਾਬਕਾ ਮਾਫੀ ਚਾਹੁੰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਫੌਤ ਹੋ ਚੁੱਕੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਕਰੀਬੀ ਸਾਥੀ ਰਹੇ, ਔਰ ਕਿਸੇ ਵੇਲੇ ਉਹ ਸਟੂਡੈਂਟ ਸਭਾ ਦੇ ਵਿੱਚ ਵੀ ਹੁੰਦੇ ਸੀ, ਔਰ ਉਸ ਤੋਂ ਬਾਅਦ ਉਹ ਮਿਨਿਸਟਰ ਵੀ ਬਣਦੇ ਆ। ਤੇ ਉਹਨਾਂ ਦੀ ਵੀ ਇੱਕ ਕੰਸੋ ਲਗਾਤਾਰ ਚੱਲਦੀ ਰਹੀ ਕਿ ਪੁਰਾਣੇ ਰਿਸ਼ਤੇ ਕਿਤੇ ਕਿਤੇ ਜੋਸ਼ ਮਾਰਦੇ ਆ, ਬੀਜੇਪੀ ਦੇ ਆਗੂਆਂ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ, ਕਿਧਰੇ ਕਿਧਰੇ ਬੀਜੇਪੀ ਨਾਲ ਗੱਲ ਤੋਰਨ ਵਾਲੇ ਢੀਂਡਸਾ ਸਾਹਿਬ ਨਾਲ ਵੀ ਉਹਨਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਦਿੱਲੀ ਦੇ ਗਲਿਆਰਿਆਂ 'ਚ ਵੀ ਉਹਨਾਂ ਦੇ ਚੰਗੇ ਸੈੱਲ ਨੇ, ਗੱਲ ਉੱਥੇ ਵੀ ਤੁਰਦੀ ਆ, ਲੇਕਿਨ ਉਹ ਅਜੇ ਕਾਹਲੀ 'ਚ ਨਹੀਂ ਗੇ। ਤੇ ਗੱਲ ਤਾਂ ਤੁਰਦੀ ਹੈ, ਜਦੋਂ ਗੱਲ ਤੁਰਦੀ ਆ ਤਾਂ ਫਿਰ ਸ਼ੰਕੇ ਤਾਂ ਉਤਪੰਨ ਹੁੰਦੇ ਹੀ। ਜੀ, ਮੈਂ ਨਾਂ ਲੈਣ ਲਈ ਨਹੀਂ ਕਹਿੰਦਾ। ਹਾਂ, ਬਿਲਕੁਲ ਨਾਂ ਨਹੀਂ ਲਊਂਗਾ, ਮੈਂ ਪੱਕਾ ਕਹਿ ਰਿਹਾ, ਬਿਲਕੁਲ ਨਾਂ ਨਹੀਂ ਲੈਣੇ, ਲੇਕਿਨ ਇਹ ਕੰਸੋ ਚੱਲ ਰਹੀ ਹੈ, ਇਹ ਗੱਲਾਂ ਚੱਲ ਰਹੀ ਹੈ, ਔਰ ਬੜੀ ਛੇਤੀ ਇਹ ਗੱਲਾਂ ਫਾਈਨਲ ਰਾਊਂਡ ਤੱਕ ਪਹੁੰਚਣ ਤੋਂ ਬਾਅਦ ਸਿਆਸੀ ਸਟੇਜ ਤੋਂ ਨਜ਼ਰ ਆਏਗੀ। ਔਰ ਇਹ ਸਾਰੇ ਕਿਤੇ ਸਾਰੇ ਜਿਹੜੀ ਸ਼ਡਿਊਲ ਦੀ ਗੱਲ ਕਰ ਰਹੇ ਹਾਂ ਕਿ ਭਾਜਪਾ ਨੇ ਇੱਕ ਸ਼ਡਿਊਲ ਬਣਾਇਆ, ਉਸ ਸ਼ਡਿਊਲ ਦੇ ਹਿਸਾਬ ਨਾਲ ਕਿਹਨੂੰ ਕਿੱਦਾਂ ਤੇ ਕਿੱਥੇ ਜੁਆਇਨਿੰਗ ਕਰਾਣੀ ਹੈ, ਉਹਦਾ ਇੱਕ ਇੰਡੈਕਸ ਜਿਹਾ ਬਣ ਗਿਆ। ਗਜਿੰਦਰ ਸ਼ੇਖਾਵਤ ਹੋਣਾ ਕੱਲ ਤੋਂ ਚੰਡੀਗੜ੍ਹ ਬੈਠਣਾ ਸ਼ੁਰੂ ਹੋ ਰਹੇ ਨੇ, ਔਰ ਦੇਰ ਰਾਤ ਮੀਟਿੰਗਾਂ ਦਾ ਦੌਰ ਸ਼ੁਰੂ ਹੋਣਾ ਹੈ, ਔਰ ਉੱਥੇ ਮੀਡੀਆ ਨੂੰ ਨਜ਼ਰ ਗਾੜ ਕੇ ਰੱਖਣੀ ਪਏਗੀ ਵੀ ਕੌਣ ਕਿੰਨੇ ਵਜੇ ਆਉਂਦਾ ਹੈ ਤੇ ਕਿੰਨੀ ਦੇਰ ਮਿਲ ਕੇ ਜਾਂਦਾ ਹੈ। ਤੇ ਹੁਣ ਉਹ ਜਿਹੜੀ ਚੀਜ਼ਾਂ ਜਿਹਦੀ ਅਸੀਂ ਅੰਦਰ ਦੀ ਖਬਰਾਂ ਤੇ ਬਾਹਰ ਕੱਢ ਕੇ ਲਿਆਉਂਦੇ ਹਾਂ, ਔਰ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਦੀ ਹੈ, ਪਰ ਜੇ ਮੀਡੀਆ ਉਸ ਪਾਰਟਿਕੂਲਰ ਕੋਠੀ ਤੇ ਨਜ਼ਰ ਗਾੜ ਕੇ ਬਹਿ ਜਾਏ ਨਾ, ਤੇ ਕਾਫੀ ਸਾਰੀ ਖਬਰਾਂ ਹੁਣ ਆਉਣ ਵਾਲੇ ਟਾਈਮ ਵਿੱਚ ਨਿਕਲੇਗੀ। ਹੁਣ ਮੋਦੀ ਉਹਨਾਂ ਦੀ ਰੈਲੀ ਜਿਹੜੀ ਆਪਾਂ 27 ਤਰੀਕ ਦੀ ਕਹਿ ਰਹੇ ਸੀਗੇ, 27 ਤਰੀਕ ਦੇ ਵਿੱਚ ਉਹਨਾਂ ਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਰੈਲੀ ਫਾਈਨਲਾਈਜ਼ ਹੋ ਗਈ ਹੈ, ਔਰ ਹੋ ਸਕਦਾ ਹੈ ਅਗਲੇ ਦਿਨ ਪੰਜਾਬ ਦੇ ਵਿੱਚ ਰੈਲੀ ਹੋਏ, ਔਰ ਉਸ ਰੈਲੀ ਦੇ ਵਿੱਚ ਜੁਆਇਨਿੰਗ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਹੋਣ ਦੀ ਸੰਭਾਵਨਾ ਹੈਗੀ ਹੈ। ਪਰ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਸੀਨ ਹੈਗਾ ਉਹ ਅੱਜ ਤੋਂ ਹੋਰ ਵੀ ਜ਼ਿਆਦਾ ਗਰਮਾ ਗਿਆ, ਜਦ ਤੁਹਾਨੂੰ ਪਤਾ ਹੈ ਕਿ ਵੀ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਇੱਕ ਕੱਲ ਦੇਰ ਰਾਤ FIR ਦਰਜ ਹੋਈ NDPS ਐਕਟ ਦੇ, ਔਰ ਉਸ FIR ਦਰਜ ਹੋਣ ਤੋਂ ਬਾਅਦ ਵਿਕਰਮ ਉਹਨਾਂ ਨੂੰ ਅਰੈਸਟ ਕਰਨ ਦੀ ਵੀ ਕੰਸੋਆਂ ਚੱਲਦੀ ਰਹੀ, ਪਰ ਹਜੇ ਤੱਕ ਕੋਈ ਐਦਾਂ ਦੀ ਕਾਰਵਾਈ ਨਹੀਂ ਹੋਈ। ਕਿਹਾ ਜਾਂਦਾ ਹੈ ਕਿ ਵਿਕਰਮ ਉਹਨਾਂ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਆਪਣੇ ਮਤਲਬ ਸਿਕਿਉਰਿਟੀ ਨੂੰ ਛੱਡ ਕੇ ਕਿਸੇ ਜਗ੍ਹਾ ਗਏ ਹੋਏ ਨੇ। ਦੇਖੋ ਇਹ ਅੱਗੇ ਗੱਲ ਕਿਸ ਤਰਫ ਜਾਂਦੀ ਹੈ। ਜੀ 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 ਭਾਸਕਰ ਸਾਹਿਬ, ਮੈਂ ਕਿਉਂਕਿ ਤੁਸੀਂ ਗੱਲ ਸੈਂਸਿਟਿਵ ਇਸ਼ੂ ਤੇ ਲੈਂਦੀ, ਉਸ ਤੋਂ ਪਹਿਲਾਂ ਜਦੋਂ ਅਸੀਂ ਅਕਾਲੀ ਦਲ ਦੇ ਬੇਚੈਨ ਹਸਤੀਆਂ ਦੀ ਗੱਲ ਕਰ ਰਹੇ ਹਾਂ, ਬੇਚੈਨ ਰੂਹਾਂ ਦੀ ਗੱਲ ਕਰ ਰਹੇ ਹਾਂ, ਗੱਲਾਂ ਬਾਤਾਂ ਦੀ ਜਮਾ ਘਟਾਓ ਦੀ ਗੱਲ ਕਰ ਰਹੇ ਹਾਂ, ਮੰਚ ਸੱਜ ਰਿਹਾ, ਚਿਹਰਿਆਂ ਨੂੰ ਫਾਈਨਲ ਕੀਤਾ ਜਾ ਰਿਹਾ, ਪਾਤਰ ਸਿਰਜੇ ਜਾ ਰਿਹਾ, ਚੀਜ਼ਾਂ ਬਦਲ ਜਾਣਗੀਆਂ, ਉਸੇ ਵੇਲੇ ਇਹ ਕਾਂਗਰਸ ਦੇ ਵਿੱਚ ਵੀ ਸਭ ਅੱਛਾ ਨਹੀਂ ਹੈ। ਕਾਂਗਰਸ ਦੇ ਵੀ ਕੁਝ MLAs ਦੀ ਗੱਲ ਜਿਹੜੇ ਮਾਲਵੇ ਦੇ ਧੋਰਾ ਮਾਲਵੇ ਤੋਂ ਆਉਂਦੇ ਆ, ਮਾਲਵੇ ਖਿੱਤੇ ਨਾਲ ਸੰਬੰਧਿਤ, ਉੱਥੇ ਵੀ ਗੱਲ ਚੱਲ ਰਹੀ ਆ, ਔਰ ਉਹ ਵੀ ਗੱਲਾਂ ਬਾਤਾਂ ਤਾਂ ਕਾਫੀ ਅੱਗੇ ਤੱਕ ਗਈਆਂ। ਤੁਸੀਂ ਠੀਕ ਕਿਹਾ ਕਿ ਅੱਜ ਨਾ ਲਈਏ, ਲੇਕਿਨ ਮੇਰੇ ਕੋਲੇ ਪੱਕੀ ਸੂਚਨਾ ਹੈ ਕਿ 2 MLA ਰਾਣਾ ਸੋਢੀ ਤੋਂ ਬਾਅਦ ਹੋਰ ਬਹੁਤ ਨੇੜੇ ਤੱਕ ਪਹੁੰਚੇ ਹੋਏ। ਕਾਂਗਰਸ ਦੇ ਵਿੱਚ ਵੀ ਸਭ ਅੱਛਾ ਨਹੀਂ, ਕੀ ਕਹਿੰਦੇ ਹੋ? ਬਿਲਕੁਲ, ਔਰ ਚਲੋ ਮੈਂ ਡੇਟ ਦੱਸ ਦੇਣਾ, 26 ਤਰੀਕ ਨੂੰ ਇਹਨਾਂ 2 MLA ਦੀ ਗੱਲ, ਔਰ ਇਹਨਾਂ ਦੀ MLA ਦੀ ਸੰਖਿਆ ਵੱਧ ਵੀ ਸਕਦੀ ਹੈ। ਉਹ ਜ਼ਰੂਰ ਭਾਜਪਾ ਦਾ ਦਾਮਨ ਫੜ ਸਕਦੇ ਨੇ, ਔਰ ਉਹਨਾਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ, ਉਹਨਾਂ ਨੂੰ ਬੁਲਾਇਆ ਵੀ ਗਿਆ ਕਿ 26 ਤਰੀਕ ਨੂੰ ਤੁਸੀਂ ਫਲਾਨੀ ਜਗ੍ਹਾ ਤੇ ਮਿਲੋ, ਸ਼ਾਇਦ ਉਹਨਾਂ ਦੀ ਜੁਆਇਨਿੰਗ ਹੋ ਸਕਦੀ ਹੈ। ਔਰ 26 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਮਨ ਕੀ ਬਾਤ ਕਰਨੀ ਹੈ, ਔਰ ਉਸ ਮਨ ਕੀ ਬਾਤ में पंजाब का जिक्र होना लाजमी है। 27 ਨੂੰ ਹਿਮਾਚਲ ਪ੍ਰਦੇਸ਼, 28 ਨੂੰ ਸ਼ਾਇਦ ਪੰਜਾਬ, ਹਜੇ ਟੈਂਟੇਟਿਵ ਡੇਟ ਹੈ, ਇਹਦੀ ਪੁਸ਼ਟੀ ਨਹੀਂ ਹੋਈ, ਕਿਉਂਕਿ ਸਾਡੇ ਸੂਤਰ ਕਹਿ ਰਹੇ ਨੇ ਕਿ ਵੀ ਤਿਆਰੀਆਂ ਚੱਲ ਰਹੀਆਂ, ਪਰ ਹਜੇ ਜਗ੍ਹਾ ਤੇ ਡੇਟ ਫਾਈਨਲਾਈਜ਼ ਨਹੀਂ ਹੋਈ। ਬਹੁਤ ਕੁਝ ਐਦਾਂ ਦਾ ਹੋਣ ਵਾਲਾ ਹੈ, ਕੁਝ ਚੰਡੀਗੜ੍ਹ 'ਚ ਹੋਏਗਾ, ਕੁਝ ਦਿੱਲੀ 'ਚ ਹੋਏਗਾ, ਔਰ ਜਿੱਥੇ ਤੱਕ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਤਰਫੋਂ, ਕੈਪਟਨ ਅਮਰਿੰਦਰ ਸਿੰਘ ਅੱਜ ਇੱਕ ਛੋਟੀ ਜੀ ਸਭਾ ਨੂੰ ਸੰਬੋਧਿਤ ਕਰ ਰਹੇ ਸੀਗੇ ਰਾਜਪੁਰਾ ਦੇ ਵਿੱਚ। ਮੇਰੇ ਖਿਆਲ ਨਾਲ 40-50 ਬੰਦੇ ਹੋਣੇ ਆ। ਉਹਨਾਂ 40-50 ਬੰਦਿਆਂ ਨੂੰ ਐਡਰੈਸ ਕਰਦੇ ਟਾਈਮ ਲੱਗ ਰਿਹਾ ਸੀਗਾ ਕਿ ਉਹ ਪੰਜਾਬ ਦੇ ਮਹਾਰਾਜਾ ਔਰ ਇੰਨੀ ਵੱਡੀ ਹਸਤੀ ਰੱਖਣ ਵਾਲੇ ਅੱਜ ਇੰਨੀ ਇੱਕ ਛੋਟੀ ਜੀ ਸਭਾ ਨੂੰ ਐਡਰੈਸ ਕਰ ਰਹੇ ਨੇ, ਔਰ ਉਸ ਸਭਾ ਦੇ ਵਿੱਚ ਕੁਝ ਚਿਹਰੇ ਵੀ ਕੋਈ ਬਹੁਤੇ ਜਾਣੇ ਪਛਾਣੇ ਨਹੀਂ ਸੀਗੇ, ਜੋ ਕਦੀ ਉਹਨਾਂ ਦੇ ਮਹਿਲ ਦੀ ਸ਼ਾਨ ਹੁੰਦੇ ਸੀਗੇ। ਉਹਨਾਂ ਦੇ ਮੰਤਰੀ, ਉਹਨਾਂ ਦੇ ਸੇਵਾਦਾਰ, ਉਹ ਕਿਸੇ ਵੀ ਜਗ੍ਹਾ ਨਜ਼ਰ ਨਹੀਂ ਆਏ। ਔਰ ਇਹ ਵੀ ਗੱਲਾਂ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਉਣ ਵਾਲੇ ਟਾਈਮ ਵਿੱਚ ਸਿੱਧੀ ਭਾਜਪਾ ਜੁਆਇਨ ਕਰ ਸਕਦੇ ਨੇ।
ਯਾਨੀ ਜਿਹੜੀ ਪੰਜਾਬ ਲੋਕ ਕਾਂਗਰਸ ਨੂੰ ਜਿਹੜੀ ਭਾਜਪਾ ਦੇ ਵਿੱਚ ਮਰਜ ਕਰਨ ਦੀ ਸੰਭਾਵਨਾਵਾਂ ਵੀ ਬਹੁਤ ਵਧੀਆਂ ਹੋਈਆਂ। ਔਰ ਇਸ ਗੱਲ ਦਾ ਇੰਡੀਕੇਸ਼ਨ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਵੀ ਦਿੱਤਾ ਕਿ ਆਪਾਂ ਸੀਟਾਂ ਦੇ ਮਗਰ ਨਹੀਂ ਜਾਣਾ, ਜੋ ਜਿੱਥੇ ਜਿੱਤ ਸਕਦਾ ਹੈ ਉਸ ਤਰੀਕੇ ਨਾਲ ਅਸੀਂ ਸਰਕਾਰ ਬਣਾਵਾਂਗੇ, ਔਰ ਸਰਕਾਰ ਬਣਾਉਣ ਦੇ ਵਾਸਤੇ ਸਾਡੀ ਸੀਟਾਂ ਦੀ ਮੰਗ ਕੁਝ ਵੀ ਨਹੀਂ ਹੋਏਗੀ, ਜੋ ਜਿੱਥੇ ਜਿੱਤ ਸਕਦਾ ਉੱਥੇ ਉਹਨੂੰ ਐਡਜਸਟ ਕਰਾਂਗੇ। ਔਰ ਰਾਣਾ ਸੋਢੀ ਉਹਨਾਂ ਦਾ ਸਿੱਧਾ ਭਾਜਪਾ ਵਿੱਚ ਜਾਣਾ, ਇਹ ਵੀ ਇੱਕ ਤਰੀਕੇ ਨਾਲ ਉਹਨਾਂ ਦੇ ਨੈਕਸਟ ਟਾਰਗੇਟ ਨੂੰ ਇੰਡੀਕੇਟ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਉਣ ਵਾਲੇ ਟਾਈਮ ਵਿੱਚ ਸਿੱਧੀ ਭਾਜਪਾ ਜੁਆਇਨ ਕਰ ਸਕਦੇ ਨਹੀਂ। ਪਰ ਭਾਸਕਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਬਹੁਤੇ ਬਦਲ ਬਿਲਕੁਲ ਨਹੀਂ ਬਚੇ। ਤੁਸੀਂ ਬਹੁਤ ਅਹਿਮ ਗੱਲ ਕਰ ਰਹੇ ਸੀਗੇ ਕਿ ਲੋਕ ਸਿੱਧੇ ਬੀਜੇਪੀ ਨੂੰ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਉਮੀਦ ਸੀ, ਉਹ ਲੋਕ ਸਮਝਦੇ ਆ ਕਿ ਅਸੀਂ ਵਾਇਆ ਮੀਡੀਆ ਕਾਹਤੋਂ ਜਾਣਾ ਹੈ। ਲੇਕਿਨ ਜੇ ਹੁਣ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਜਾਂਦੇ ਨੇ ਤਾਂ ਕਿਸ ਹੈਸੀਅਤ 'ਚ ਜਾਂਦੇ ਆ? ਕੈਪਟਨ ਅਮਰਿੰਦਰ ਸਿੰਘ ਆਉਂਦੀ ਇਲੈਕਸ਼ਨ ਦੇ ਵਿੱਚ ਬੀਜੇਪੀ ਦਾ ਚਿਹਰਾ ਹੋਣ, ਐਸਾ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਦਾ ਖੇਡੇਗੀ। ਦਾ ਬਿਲਕੁਲ ਸ਼ਾਇਦ ਐਸਾ ਨਹੀਂ ਖੇਡਿਆ ਜਾਊਗਾ। ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਉਹਨਾਂ ਨੂੰ ਭੂਮਿਕਾ ਕੀ ਦਿੱਤੀ ਜਾਣੀ ਹੈ, ਬੀਜੇਪੀ ਲਈ ਸਭ ਤੋਂ ਟੇਢੀ ਖੀਰ ਹੋਊਗੀ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਬਹੁਤਾ ਨਾ ਨੁੱਕਰ ਨਾ ਕਰਨ, ਆਪਣੀ ਪਾਰਟੀ ਦਾ ਜਿਹੜਾ ਸ਼ਮੂਲੀਅਤ ਆ, ਕੰਪਲੀਟ ਸ਼ਮੂਲੀਅਤ ਆ ਬੀਜੇਪੀ 'ਚ, ਉਹਨਾਂ ਨੂੰ ਕੋਈ ਔਖਾ ਨਹੀਂ ਅਜੇ, ਕਿਉਂਕਿ ਬਹੁਤ ਇਨੀਸ਼ੀਅਲ ਦੌਰ ਦੇ ਵਿੱਚ। ਲੇਕਿਨ ਬੀਜੇਪੀ ਲਈ ਇਹ ਔਖੀ ਗੱਲ ਹੋਊਗੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਫੇਸ ਤੇ ਅਗਲੀ ਇਲੈਕਸ਼ਨ 'ਚ ਬਿਲਕੁਲ ਨਹੀਂ ਜਾ ਸਕਦੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇਹ ਇੱਕ ਸੰਕਟ ਬਹੁਤ ਵੱਡਾ ਹੈ। ਲੇਕਿਨ ਇਹਦੇ ਨਾਲ ਨਾਲ ਜਿਹੜੀ ਦਿਲਚਸਪ ਗੱਲ ਆ ਕਿ ਅੱਜ ਬਿਕਰਮ ਸਿੰਘ ਮਜੀਠੀਏ ਲਈ ਜਿਹੜੀ ਟਾਈਮਿੰਗ ਚੁਣੀ ਗਈ ਹੈ, ਅਸੀਂ ਕੱਲ ਵੀ ਸੰਕੇਤ ਮਾਤਰ ਗੱਲ ਕੀਤੀ ਸੀ ਕਿ ਬੇਅਦਬੀਆਂ ਦੀਆਂ ਦੋ ਬਹੁਤ ਘਿਨਾਉਣੀਆਂ ਘਟਨਾਵਾਂ ਹੋਈਆਂ। ਇੱਕ ਤਾਂ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਹੋਈ 2 ਦਿਨ ਪਹਿਲਾਂ ਗੁਟਕਾ ਸਾਹਿਬ ਨਾਲ ਸੰਬੰਧਿਤ, ਤੇ ਦੂਜੀ ਬਹੁਤ ਹੀ ਘਿਨਾਉਣੀ ਹੋਈ, ਅਜੇ ਤੱਕ ਉਹਦੀ ਸ਼ਾਇਦ ਪਛਾਣ ਵੀ ਨਹੀਂ ਹੋ ਸਕੀ ਜਿਹੜਾ ਮੁਲਜ਼ਮ ਸੀਗਾ। ਸੋ ਉਹ ਇੰਨਾ ਕੁ ਜ਼ਿਆਦਾ ਲੋਕਾਂ ਦੇ ਵਿੱਚ ਬੇਚੈਨੀ ਔਰ ਰੋਹ ਸੀਗਾ। ਇੱਕਦਮ ਤੁਸੀਂ ਦੇਖਿਆ ਬਿਕਰਮ ਸਿੰਘ ਮਜੀਠੀਏ ਵਾਲੀ ਕਾਰਵਾਈ ਤੋਂ ਬਾਅਦ ਉਹ ਸਾਰੇ ਦਾ ਸਾਰਾ ਖਬਰ ਹੀ ਸ਼ਿਫਟ ਹੋ ਗਈ। ਔਰ ਇਹ ਟਾਈਮਿੰਗ ਨੂੰ ਲੈ ਕੇ ਗਵਰਨਮੈਂਟ ਕਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ। ਪਰ ਭਾਸਕਰ ਸਾਹਿਬ, ਤੁਸੀਂ ਤਾਂ ਉਮਰ ਜਰਨਲਿਜ਼ਮ ਕੀਤੀ ਆ, ਮੈਨੂੰ ਇਹ ਸਮਝਾਓ ਕਿ ਬਿਕਰਮ ਸਿੰਘ ਮਜੀਠੀ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਨੇ। ਜਿਸ ਤਰ੍ਹਾਂ ਦੀਆਂ ਧਾਰਾਵਾਂ ਲਾਈਆਂ ਗਈਆਂ, ਜਿਹੜੀ FIR ਆ, ਉਹ ਮੈਨੂੰ ਲੱਗਦਾ ED ਦੀ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਹੈ ਸਾਰੀ। ਔਰ ਪੰਜਾਬ ਪੁਲਿਸ ਨੇ ਜਿਹੜੇ ਆਧਾਰਾਂ ਦੇ ਉੱਤੇ ਔਰ ਜਿਹੜੀਆਂ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਹੈ, ਜੇਕਰ ਇਹਨੂੰ ਅਦਾਲਤ ਵਿੱਚ ਟੋਟਲ ਸਿਆਸੀ ਬਦਲਾਖੋਰੀ ਮੰਨ ਲਿਆ ਜਾਵੇ ਤੇ ਗੱਲ ਵੱਖਰੀ ਆ। ਨਹੀਂ ਤਾਂ ਇਹ ਨਸ਼ੇ ਦੇ ਇਹਨਾਂ ਕੇਸਸ ਦੇ ਵਿੱਚ ਆਮ ਬੰਦੇ ਲਈ ਤਾਂ ਬਹੁਤ ਸੰਕਟ ਬਣ ਜਾਂਦੇ ਆ। ਸੋ ਇਹ ਗੱਲਾਂ, ਜੇ ਇਹਨਾਂ ਦੇ ਵਿੱਚ ਕੋਈ ਤੱਥ ਹੋਏ, ਕੋਈ ਸਚਾਈ ਹੋਈ, ਅਦਾਲਤ ਇਹਨੂੰ ਕਿਵੇਂ ਲੈਂਦੀ ਆ, ਸਰਕਾਰ ਵੱਲੋਂ ਕਿਹੜੇ ਵਕੀਲ ਪੇਸ਼ ਹੁੰਦੇ ਆ, ਜਾਂ ਇਹ ਕਿਸ ਤਰੀਕੇ ਨਾਲ ਅਦਾਲਤ ਸਾਹਮਣੇ ਪੱਖ ਰੱਖਿਆ ਜਾਂਦਾ, ਇਹ ਵੀ ਬੜਾ ਵੱਡਾ ਘੋਲ ਹੋਊਗਾ। ਬਿਕਰਮ ਸਿੰਘ ਮਜੀਠੀਆ ਜਿਹੜਾ ਉਹ ਪੁਲਿਸ ਕੋਲ ਸਰੈਂਡਰ ਕਰਦੇ ਕਿ ਨਹੀਂ ਕਰਦੇ, ਜਾਂ ਉਹਨਾਂ ਨੂੰ ਫੜਿਆ ਜਾਂਦਾ, ਫੜਨ ਲਈ ਜ਼ੋਰ ਅਜ਼ਮਾਈ ਹੁੰਦੀ ਆ, ਜਾਂ ਉਹ ਅਦਾਲਤ ਦੇ ਵਿੱਚੋਂ ਇਨਵੈਸਟੀਗੇਸ਼ਨ ਜੁਆਇਨ ਕਰਨ ਦੀ ਕੋਈ ਨਾ ਕੋਈ ਤਰੀਕ ਲੈ ਕੇ ਆਉਂਦੇ ਆ ਜੇ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ 'ਚ ਵੀ ਇਹ ਆ ਕਿ ਇਹ ਕੇਸ ਕਿਵੇਂ ਦਾ ਹੈ, ਕਿੰਨਾ ਕੁ ਮਜ਼ਬੂਤ ਆ, ਜਾਂ ਇਹਦੇ ਪੱਲੇ ਕੱਖ ਨਹੀਂ। ਜਿਵੇਂ ਕੈਪਟਨ ਅਮਰਿੰਦਰ ਸਿੰਘ, ਇੱਕ ਜਗ੍ਹਾ ਮੈਂ ਉਹਨਾਂ ਦੀ ਸਟੇਟਮੈਂਟ, ਮੈਨੂੰ ਨਹੀਂ ਪਤਾ, ਮੈਂ ਬੋਲਦੇ ਨਹੀਂ ਸੁਣੇ, ਮੈਂ ਦੇਖਿਆ ਕਿ ਲਿਖਿਆ ਹੋਇਆ ਕਹਿੰਦੇ ਜੀ ਕੇਸ 'ਚ ਕੱਖ ਨਹੀਂ ਹੈਗਾ, ਜ਼ਮਾਨਤ 2 ਦਿਨ 'ਚ ਮਿਲ ਜਾਣੀ ਹੈ। ਮੈਨੂੰ ਦੱਸਿਓ ਜ਼ਰਾ। ਦੇਖੋ, NDPS ਦੇ ਕੇਸ ਦੇ ਵਿੱਚ ਅਮੂਮਨ ਇਹ ਗੱਲ ਕਹੀ ਜਾਂਦੀ ਹੈ, ਖਾਸ ਕਰਕੇ 25, 27A ਤੇ 29 ਧਾਰਾ ਲੱਗੀ ਹੋਏ ਤੇ ਜ਼ਮਾਨਤ ਛੇਤੀ ਕਿਤੇ ਹੁੰਦੀ ਨਹੀਂ। ਵੈਸੇ ਵੀ NDPS ਐਕਟ ਦੇ ਬਾਰੇ 'ਚ ਤੁਸੀਂ ਕਾਨੂੰਨ ਦੀ ਕਿਤਾਬ ਪੜ੍ਹਨ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ। ਕੁਝ ਕੇਸਾਂ ਦੇ ਵਿੱਚ ਅਗਰ ਡਰੱਗ ਤੋਂ ਰਿਲੇਟਡ ਕੇਸ ਹੈ ਤੇ ਰਿਕਵਰੀ ਦੇਖੀ ਜਾਂਦੀ ਹੈ, ਲੇਕਿਨ ਇਹ ਜਿਹੜੀ 3 ਧਾਰਾ ਹੈਗੀ ਹੈ, ਇਹ ਡਰੱਗ ਦੇ ਕੇਸਿਸ ਨੂੰ, ਡਰੱਗ ਦੇ ਆਰੋਪੀਆਂ ਨੂੰ ਪ੍ਰੋਟੈਕਟ ਕਰਨ ਦੀ ਇਹ ਇੱਕ ਉਦਾਂ ਦੀ ਧਾਰਾ ਹੈਗੀ ਹੈ, ਤੇ ਇਹਦੇ ਵਿੱਚ ਜ਼ਮਾਨਤ ਛੇਤੀ ਕਿਤੇ ਹੁੰਦੀ ਨਹੀਂ। ਹੁਣ ਗੱਲ ਕਰੀਏ ਉਸ FIR ਦੀ, ਜਿਹੜੀ ਕੱਲ ਦੇਰ ਰਾਤ ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਦੇ ਉੱਤੇ, ਯਾਨੀ ਜਿਹੜਾ ਸਟੇਟ ਕ੍ਰਾਈਮ ਸੈੱਲ ਦਾ ਥਾਣਾ ਹੈਗਾ, ਉਹਦੇ ਵਿੱਚ ਜਿਹੜੀ FIR ਦਰਜ ਕੀਤੀ ਗਈ ਹੈ, ਉਹ DGP ਉਹਨਾਂ ਦੀ ਸ਼ਿਕਾਇਤ ਦੇ ਉੱਤੇ, ਔਰ ਦੂਜਾ ਜਿਹੜੇ ਗੌਤਮ ਚੀਮਾ ਹੈਗੇ ਹੈ, ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨਵੇਂ ਜਿਹੜੇ ਬਣੇ ਨੇ, ਉਹਨਾਂ ਨੇ FIR ਦਰਜ ਕੀਤੀ ਹੈ। ਔਰ FIR ਦਰਜ ਕਰਨ ਤੋਂ ਬਾਅਦ ਸੁਣਿਆ ਕਿ ਕੁਝ ਕੋਸ਼ਿਸ਼ਾਂ ਵੀ ਕੀਤੀ ਗਈ ਕਿ ਵਿਕਰਮ ਮਜੀਠੀਆ ਉਹਨਾਂ ਨੂੰ ਅਰੈਸਟ ਕੀਤਾ ਜਾਏ, ਪਰ ਉਹ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਕਿਸੇ ਜਗ੍ਹਾ ਨਿਕਲ ਗਏ। ਤੇ ਹੋ ਸਕਦਾ ਵਕੀਲਾਂ ਨਾਲ ਸਲਾਹ ਕਰਨ ਗਏ ਹੋਣ, ਐਂਟੀਸਿਪੇਟਰੀ ਬੇਲ ਦੀ ਤਿਆਰੀ ਕਰਨ ਗਏ ਹੋਣ, ਉਹ ਤੇ ਚਲੋ ਆਉਣ ਵਾਲੇ ਵਕਤ 'ਚ ਹੀ ਪਤਾ ਲੱਗੇਗਾ। ਪਰ ਅਗਰ FIR ਨੂੰ, ਜਿਹੜੀ 49 ਪੇਜਸ ਦੀ FIR ਹੈ,
ਉਹਨੂੰ ਧਿਆਨ ਵਿੱਚ ਦੇਖੋ ਤੇ ਉਹ ਸਾਰੀ ਦੀ ਸਾਰੀ ਉਸ ਈਡੀ ਦੀ ਇਨਵੈਸਟੀਗੇਸ਼ਨ ਦੇ ਉੱਤੇ ਬੇਸ ਹੈ। ਯਾਨੀ ਈਡੀ ਨੇ ਭਾਵੇਂ ਉਹ ਜਿੰਨੇ ਵੀ ਆਰੋਪੀ ਪਹਿਲੇ ਫੜੇ ਸੀਗੇ ਉਹਨਾਂ ਦੀ ਕਨਫੈਸ਼ਨਲ ਸਟੇਟਮੈਂਟ ਜਾਂ ਉਹਨਾਂ ਦੀ ਜਿਹੜੀ ਸਟੇਟਮੈਂਟ ਰਿਕਾਰਡ ਕੀਤੀ ਸੀ ਉਹਦੇ ਵਿੱਚ ਵਿਕਰਮ ਮਜੀਠੀਆ ਉਹਨਾਂ ਦਾ ਨਾਂ ਕਈ ਵਾਰ ਆਉਂਦਾ ਹੈ, ਔਰ ਇੱਥੇ ਤੱਕ ਕਿ ਕੁਝ ਪੈਸੇ ਦੇ ਲੈਣ ਦੇਣ ਦੇ ਵਿੱਚ ਵੀ ਵਿਕਰਮ ਮਜੀਠੀਆ ਉਹਨਾਂ ਦਾ ਨਾਂ ਆਉਂਦਾ ਹੈ। ਔਰ ਇਹ ਵੀ ਗੱਲ ਆਉਂਦੀ ਹੈ ਕਿ ਉਹ ਇੱਕ ਆਰੋਪੀ ਤੇ ਵਿਕਰਮ ਮਜੀਠੀਆ ਉਹਨਾਂ ਦੇ ਘਰ ਕਈ ਦਿਨਾਂ ਤੱਕ ਰਿਹਾ ਵੀ ਸੀਗਾ, ਔਰ ਉਹ ਵਿਕਰਮ ਮਜੀਠੀਆ ਉਹਨਾਂ ਦੀ ਗੱਡੀਆਂ ਦੇ ਵਿੱਚ ਟਰੈਵਲ ਵੀ ਕਰਦਾ ਸੀਗਾ। ਔਰ ਇਸ ਗੱਲ ਨੂੰ ਵਿਕਰਮ ਉਹਨਾਂ ਨੇ ਵੀ ਕਈ ਜਗ੍ਹਾ ਆਪਣੀ ਪੁੱਛਗਿੱਛ ਦੇ ਵਿੱਚ ਮੰਨਿਆ ਸੀਗਾ। ਭਾਵੇਂ ਈਡੀ ਦੇ ਵਿੱਚ ਵਿਕਰਮ ਮਜੀਠੀਆ ਉਹਨਾਂ ਦੀ ਸਿਰਫ ਇੱਕ ਵਾਰ ਪੁੱਛਗਿੱਛ ਹੋਈ ਹੈ, ਔਰ ਜਦ ਦੂਜੀ ਵਾਰ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਤੇ ਉਹ ਗਏ ਨਹੀਂ ਸੀ। ਔਰ ਉਸ ਬੁਲਾਉਣ ਦਾ ਸਿਲਸਿਲਾ ਫਿਰ ਹਾਈ ਕੋਰਟ ਦੇ ਵਿੱਚ ਜ਼ਰੂਰ ਚੱਲਦਾ ਰਿਹਾ। ਹਾਈ ਕੋਰਟ ਦੇ ਵਿੱਚ ਜਿਹੜੇ ਨਿਰੰਜਨ ਸਿੰਘ ਉਹਨਾਂ ਸੀਗੇ, ਉਹਨਾਂ ਨੇ ਵੀ ਕਈ ਬੰਦ ਲਿਫਾਫੇ ਹਾਈ ਕੋਰਟ ਦੇ ਵਿੱਚ ਦਿੱਤੇ ਨੇ। ਉਸ ਇਨਵੈਸਟੀਗੇਸ਼ਨ ਨੂੰ ਕਿਸ ਤਰੀਕੇ ਨਾਲ ਟੈਂਪਰ ਕੀਤਾ ਗਿਆ, ਕਿਸ ਤਰੀਕੇ ਨਾਲ ਉਸ ਇਨਵੈਸਟੀਗੇਸ਼ਨ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ, ਪਰ ਜਿਹੜਾ ਆਧਾਰ ਅੱਜ ਦੀ ਐਫਆਈਆਰ ਦਾ ਹੈਗਾ ਉਹ ਸਾਰਾ ਦਾ ਸਾਰਾ ਜਿਹੜੀ ਈਡੀ ਦੀ ਇਨਵੈਸਟੀਗੇਸ਼ਨ ਸੀ, ਔਰ ਉਸ ਬੇਸ ਤੇ ਜਿਹੜੀ ਐਸਟੀਐਫ ਨੇ ਹਰਪ੍ਰੀਤ ਸਿੱਧੂ ਉਹਨਾਂ ਨੇ ਜਿਹੜੀ ਰਿਪੋਰਟ ਕੋਰਟ ਦੇ ਵਿੱਚ ਬੰਦ ਲਿਫਾਫੇ ਦੇ ਵਿੱਚ ਪੇਸ਼ ਕੀਤੀ ਸੀਗੀ ਜਾਂ ਦਿੱਤੀ ਸੀਗੀ, ਉਸ ਬੇਸ ਦੇ ਉੱਤੇ ਇਹ ਸਾਰੀ ਗੱਲਾਂ ਹੋ ਰਹੀ ਹੈ। ਹੁਣ ਇੱਕ ਨਵੀਂ ਐਸਆਈਟੀ ਬਣਾ ਦਿੱਤੀ ਗਈ ਹੈ। ਜੇ ਵਿਕਰਮ ਉਹਨਾਂ ਇਨਵੈਸਟੀਗੇਸ਼ਨ ਜੁਆਇਨ ਕਰਦੇ ਨੇ ਤੇ ਉਹ ਨਵੀਂ ਐਸਆਈਟੀ ਅੱਗੇ ਦੀ ਸਾਰੀ ਇਨਵੈਸਟੀਗੇਸ਼ਨ ਕਰਨਗੀ, ਬਸ਼ਰਤੇ ਵਿਕਰਮ ਮਜੀਠੀਆ ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਉਣ ਤੋਂ ਬਾਅਦ ਕੀ ਬੇਲ ਮਿਲ ਜਾਂਦੀ ਹੈ ਜਾਂ ਨਹੀਂ ਮਿਲਦੀ ਹੈ। ਇਹ ਆਪਣੇ ਆਪ ਵਿੱਚ ਬੜਾ ਇੱਕ ਗੰਭੀਰ ਕਹਿ ਲਓ ਜਾਂ ਇੰਟਰਸਟਿੰਗ ਇਸ਼ੂ ਹੈਗਾ ਕਿ ਐਨਡੀਪੀਐਸ ਐਕਟ ਦੇ ਵਿੱਚ ਅਮੂਮਨ ਕਿਸੇ ਨੂੰ ਬੇਲ ਨਹੀਂ ਮਿਲਦੀ। ਜੇ ਸਿਆਸੀ ਜਾਂ ਪੋਲੀਟੀਕਲ ਵੈਂਡੇਟਾ ਨੂੰ ਇੱਕ ਬੇਸ ਬਣਾ ਕੇ ਕਿਸੇ ਐਂਟੀਸਿਪੇਟਰੀ ਬੇਲ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਸ਼ਾਇਦ ਕੋਈ ਸਫਲਤਾ ਜਾਂ ਰਾਹਤ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਜਾਣ, ਪਰ ਸਬੂਤਾਂ ਦੇ ਆਧਾਰ ਤੇ ਔਰ ਈਡੀ ਦੀ ਇਨਵੈਸਟੀਗੇਸ਼ਨ ਦੇ ਆਧਾਰ ਤੇ ਔਰ ਕਨਫੈਸ਼ਨਲ ਸਟੇਟਮੈਂਟ ਦੇ ਆਧਾਰ ਤੇ ਲੱਗਦਾ ਨਹੀਂ ਹੈ ਕਿ ਵਿਕਰਮ ਉਹਨਾਂ ਨੂੰ ਕੋਈ ਛੇਤੀ ਕਿਤੇ ਬੇਲ ਮਿਲੇਗੀ। ਨਹੀਂ, ਲੇਕਿਨ ਇਹਦੇ 'ਚ ਇਹ ਵੀ ਕਾਫੀ ਅਹਿਮ ਰਹੂਗਾ ਕਿ ਸਰਕਾਰ ਵੱਲੋਂ ਕਿਹੜੇ ਵਕੀਲ ਪੇਸ਼ ਹੁੰਦੇ ਆ, ਸਰਕਾਰ ਦਾ ਐਟੀਟਿਊਡ ਕੀ ਹੁੰਦਾ ਹੈ, ਅਦਾਲਤ ਦੇ ਵਿੱਚ ਇਸ ਕੇਸ ਨੂੰ ਪੇਸ਼ ਕਰਨ ਵੇਲੇ ਕਿਸ ਤਰੀਕੇ ਦੀ ਬਹਿਸ ਹੁੰਦੀ ਹੈ। ਸੋ ਇਹ ਬਹੁਤ ਅਹਿਮ ਆ ਪੰਜਾਬ ਦੀ ਪੋਲਿਟਿਕਸ ਵਿੱਚ। ਇਸ ਕੇਸ ਨੇ ਪੂਰੀ ਤਰ੍ਹਾਂ ਸਿਆਸਤ ਨੂੰ ਹੋਰ ਦਿਸ਼ਾ 'ਚ ਲੈਂਦਾ। ਜਿਹੜਾ ਇੱਕ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਇਸ ਸਰਕਾਰ ਤੋਂ ਬਹੁਤਾ ਕੁਝ ਨਹੀਂ ਹੋਣਾ, ਅੱਜ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਤੇ ਬੜੀ ਰੌਣਕ ਸੀ, ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਜੌਲੀ ਮੂਡ 'ਚ ਸੀ, ਤੁਸੀਂ ਤਾਂ ਸਾਰੀ ਸੁਣਦੇ ਪਏ ਸੀ। ਔਰ ਜਿਹੜੀ ਇਹ ਸਾਰੀ ਦੀ ਸਾਰੀ ਜੋ ਪ੍ਰਕਿਰਿਆ ਹੈ, ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇੱਕ ਪ੍ਰੈਸ਼ਰ ਆ, ਬਹੁਤ ਪਹਿਲਾਂ ਤੋਂ ਚੱਲਿਆ ਹੁੰਦਾ। ਹੁਣ ਅੱਜ ਉਹ ਕੇਜਰੀਵਾਲ ਨੂੰ ਵੀ ਘੇਰਦੇ ਦਿਸੇ ਕਾਫੀ ਵੱਡੇ ਪੱਧਰ ਤੇ। ਮੈਨੂੰ ਲੱਗਦਾ ਉਹਨਾਂ ਦਾ ਹੁਣ ਪੱਕਾ ਟਿਕਾਣਾ ਕਾਂਗਰਸ ਬਣ ਗਈ। ਹੁਣ ਉਹਨਾਂ ਨੂੰ ਲੱਗਿਆ ਕਿ ਨਹੀਂ, ਆ ਮੇਰੀ ਮੁੱਛ ਦਾ ਜਿਹੜੀ ਆ ਉਹ ਹੁਣ ਖੜੀ ਹੈ। ਤੇ ਮੈਨੂੰ ਇੰਝ ਲੱਗਦਾ ਹੈ ਕਿ ਪੰਜਾਬ ਦੇ ਇਸ ਸਭ ਤੋਂ ਚਰਚਿਤ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੁਰਖੀਆਂ ਨਿਕਲਣ ਵਾਲੀਆਂ ਨੇ, ਬਹੁਤ ਸਾਰੀ ਸਰਗਰਮੀ ਦੇ ਇਰਦ ਗਿਰਦ ਹੋਣ ਵਾਲੀ ਆ। ਸੁਖਬੀਰ ਬਾਦਲ ਦੀ ਪ੍ਰੈਸ ਕਾਨਫਰੰਸ ਨੂੰ ਦੇਖ ਲਓ, ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਨੂੰ ਕਿ ਮੈਨੂੰ ਅੰਦਰ ਦੇ ਲਓ, ਜੇ ਏਡੀ ਤੁਹਾਡੀ ਜਾਨ ਫਸੀ ਹੋਈ ਹੈ ਕੜਿੱਕੀ 'ਚ ਤੇ ਮੈਂ ਹਾਜ਼ਰ ਹਾਂ, ਮੈਨੂੰ ਅੰਦਰ ਦੇ ਦਿਓ। ਸੋ ਕਾਫੀ ਰਾਜਨੀਤੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਲੇਕਿਨ ਹੁਣ ਆਪਾਂ ਉਸ ਮੁੱਦੇ ਤੇ ਆਈਏ, ਉਹ ਮੁੱਦਾ ਜਿਹੜਾ ਬੜਾ ਮਨ ਭਾਉਂਦਾ ਹੈ। ਲੋਕਾਂ ਨੇ ਬੜੀ ਦੇਰ ਤੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਕੌਣ ਹੋਏਗਾ ਚਿਹਰਾ, ਫੇਸ ਕੌਣ ਹੋਣਗੇ, ਅਸੀਂ ਵੀ ਬੜੇ ਸਿਰਲੇਖ ਲਾਏ ਆ ਜੀ, ਅਸੀਂ ਵੀ ਬੜੇ ਟਾਈਟਲ ਇਸ ਤਰ੍ਹਾਂ ਦੇ ਪੈਦਾ ਕੀਤੇ। ਲੇਕਿਨ ਸੱਚ ਇਹ ਆ ਕਿ ਆਮ ਆਦਮੀ ਪਾਰਟੀ ਕੋ ਹੁਣ ਬਹੁਤੇ ਵਿਕਲਪ ਬਚੇ ਨਹੀਂ, ਔਰ ਆਮ ਆਦਮੀ ਪਾਰਟੀ ਇੱਕ ਵਾਰੀ ਭਗਵੰਤ ਮਾਨ ਤੇ ਦਾ ਖੇਡਣ ਦਾ ਮਨ ਬਣਾ ਗਈ ਹੈ। ਮੈਨੂੰ ਹੁਣ ਇਹ ਦੱਸੋ ਕਿ ਟੈਂਟੇਟਿਵ ਦੂਜੇ ਹਫ਼ਤੇ ਜਨਵਰੀ ਦੇ ਇਸ ਤਰ੍ਹਾਂ ਦਾ ਪਹਿਲਾਂ ਤਿਆਰ ਕੀਤਾ ਜਾ ਰਿਹਾ ਮੰਚ, ਇਸ ਤਰੀਕੇ ਦਾ ਪਹਿਲਾਂ ਜਿਹੜਾ ਤਿਆਰ ਕੀਤਾ ਜਾ ਰਿਹਾ ਆਧਾਰ ਕਿ ਭਗਵੰਤ ਮਾਨ ਦੀ ਤਾਜਪੋਸ਼ੀ ਜਾਹੋ ਜਲਾਲ ਨਾਲ ਹੋਵੇ। ਇੱਕ ਵਾਰੀ ਵੱਡੇ ਜਲਵੇ ਨਾਲ ਕੇਜਰੀਵਾਲ ਕਹਿਣਗੇ, ਆਹ ਜੇ ਮੇਰਾ ਹੀਰਾ, ਇਹ ਜੇ ਮੇਰਾ ਸਭ ਤੋਂ ਲੜਾਕਾ ਮਤਲਬ ਸਿਆਸਤ ਦੇ ਵਿੱਚ ਲੜ ਕੇ ਅੱਗੇ ਵਧਣ ਵਾਲਾ ਔਰ ਆਮ ਕਾਮਨ ਮੈਨ ਭਗਵੰਤ ਮਾਨ। ਕੀ ਕਹਿੰਦੇ ਹੋ? ਹੁਣ ਹੋਰ ਰਸਤੇ ਨਹੀਂ ਬਚੇ, ਭਗਵੰਤ ਮਾਨ ਤੇ ਗੱਲ ਕਾਫੀ ਅੱਗੇ ਵੱਧ ਗਈ ਆ, ਸਿਰਫ ਅਨਾਉਂਸਮੈਂਟ ਹੋਣੀ ਬਾਕੀ ਆ। ਬਾਕੀ ਗੱਲ ਤੁਸੀਂ ਦੱਸੋ। ਰੰਧਾਵਾ ਜੀ, 3 ਕੁ ਮਹੀਨੇ ਪਹਿਲੇ ਜਦ ਕੇਜਰੀਵਾਲ ਪੰਜਾਬ ਆਏ ਸੀਗੇ ਤਦ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਨੂੰ ਆਪਾਂ ਇੱਕ ਸਿੱਖ ਚਿਹਰਾ ਦੇਵਾਂਗੇ ਔਰ ਉਸ ਚਿਹਰੇ ਨੂੰ ਸਾਰੇ ਪੰਜਾਬੀ ਪਿਆਰ ਕਰਦੇ ਹੁੰਦੇ ਆ। ਉਸ ਟਾਈਮ ਭਗਵੰਤ ਮਾਨ ਉਹਨਾਂ ਦੇ ਬਿਲਕੁਲ ਖੱਬੇ ਹੱਥ ਬੈਠੇ ਹੋਏ ਸੀਗੇ। ਉਹ ਕੀ ਕਹਾਵਤ ਹੈਗੀ ਹੈ, ਘਰ ਵਿੱਚ ਮੁੰਡਾ ਤੇ ਪਿੰਡ 'ਚ ਢਿੰਡੋਰਾ, ਉਹ ਵਾਲੀ ਗੱਲ ਲੱਗਦਾ ਹੈ ਕਿ ਸਾਬਿਤ ਹੋਣ ਜਾ ਰਹੀ ਹੈ।
ਇੱਕ ਡੇਟ ਨਿਕਲ ਕੇ ਆਈ ਹੈ ਸ਼ਾਇਦ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ, ਯਾਨੀ ਪਹਿਲੇ ਤੋਂ ਦੂਜੇ ਹਫਤੇ ਦੇ ਵਿੱਚ ਇਹ ਖਬਰਾਂ ਨਿਕਲ ਕੇ ਆ ਰਹੀ ਹੈ ਕਿ ਹੁਣ ਭਗਵੰਤ ਮਾਨ ਉਹਨਾਂ ਨੂੰ ਘੋੜੀ ਚੜਾਇਆ ਜਾਏਗਾ। ਜਦ ਆਪਾਂ ਘੋੜੀ ਚੜਾਉਣ ਦੀ ਗੱਲ ਕਰਦੇ ਹਾਂ ਤੇ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰ ਦਿੱਤਾ ਜਾਏਗਾ, ਔਰ ਉਹਦੇ ਵਾਸਤੇ ਇੱਕ ਤਰੀਕੇ ਨਾਲ ਕਹਿੰਦੇ ਨਾ ਕਿ ਵੀ ਸ਼ਾਰਪ ਟਿਊਨਿੰਗ ਵਾਸਤੇ ਉਹਨਾਂ ਦੀ ਟ੍ਰੇਨਿੰਗ ਵੀ ਸ਼ੁਰੂ ਹੋਈ ਹੈ, ਔਰ ਉਹ ਬੜੇ ਵਧੀਆ ਤਰੀਕੇ ਨਾਲ ਪਿਛਲੇ ਦਿਨੋਂ ਜਦ ਗੱਲ ਸਿੱਧੂ ਉਹਨਾਂ ਦੇ ਚੈਲੰਜ ਦੀ ਸੀਗੀ, ਔਰ ਉਹਨਾਂ ਨੇ ਕੇਜਰੀਵਾਲ ਉਹਨਾਂ ਨੂੰ ਚੈਲੰਜ ਕੀਤਾ ਸੀਗਾ ਮੇਰੇ ਨਾਲ ਬਹਿਸ ਕਰਕੇ ਦਿਖਾਓ, ਤੇ ਕੇਜਰੀਵਾਲ ਉਹਨਾਂ ਨੇ ਭਗਵੰਤ ਮਾਨ ਦਾ ਨਾਂ ਲੈ ਕੇ ਕਿਹਾ ਸੀਗਾ ਕਿ ਭਗਵੰਤ ਮਾਨ ਤੁਹਾਡੇ ਨਾਲ ਬਹਿਸ ਕਰੇਗਾ, ਔਰ ਭਗਵੰਤ ਮਾਨ ਤਿਆਰ ਵੀ ਹੋ ਗਏ ਸੀਗੇ। ਔਰ ਅੱਜ ਕੱਲ ਵੀ ਜਿਹੜੇ ਭਗਵੰਤ ਮਾਨ ਜਦ ਭਾਸ਼ਣ ਦਿੰਦੇ ਨੇ ਤੇ ਕੱਲ ਤੁਸੀਂ ਦੇਖੋ ਉਹਨਾਂ ਦੇ ਚਿਹਰੇ ਦੇ ਵਿੱਚ ਨੂਰ ਵੱਖਰਾ ਹੀ ਸੀਗਾ, ਜਿੱਦਾਂ ਦਾ ਨੂਰ ਅੱਜ ਸਿੱਧੂ ਉਹਨਾਂ ਦੇ ਚਿਹਰੇ ਸੀਗਾ, ਖਾਸ ਕਰਕੇ ਉਹ FIR ਦਰਜ ਹੋਣ ਤੋਂ ਬਾਅਦ, ਉਦਾਂ ਦਾ ਹੀ ਨੂਰ ਕੱਲ ਭਗਵੰਤ ਮਾਨ ਦੇ ਚਿਹਰੇ ਦੇ ਵਿੱਚ ਵੀ ਸੀਗਾ ਜਦੋਂ ਇਹ ਗੱਲ ਕਹਿੰਦੇ ਸੀਗੇ ਕਿ ਜਦ ਮੈਂ ਕੋਈ ਸਭਾ ਨੂੰ ਸੰਬੋਧਿਤ ਕਰਦਾ ਤੇ ਤਾਲੀਆਂ ਆਪੋ ਵੱਜਦੀ ਹੈ, ਪਰ ਦੂਜਿਆਂ ਨੂੰ ਤੇ ਘੱਟ ਤੋਂ ਘੱਟ 10-15 ਵਾਰ ਆਪਣੇ ਭਾਸ਼ਣ ਦੇ ਵਿੱਚ ਠੋਕੋ ਤਾਲੀ ਕਰਕੇ ਕਹਿਣਾ ਪੈਂਦਾ ਹੈ। ਉਹ ਨੂਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਬਣਨ ਵਾਲਾ ਹੈ, ਹੋਰ ਨਿਖਰਨ ਵਾਲਾ ਹੈ, ਔਰ ਇੱਕ ਡੇਟ ਵੀ ਨਿਕਲ ਕੇ ਆ ਚੁੱਕੀ ਹੈ, ਉਹ ਦੂਜੇ ਹਫਤੇ ਦੇ ਪਹਿਲੇ ਹੀ, ਯਾਨੀ 15 ਤਰੀਕ ਤੋਂ ਪਹਿਲੇ ਭਗਵੰਤ ਮਾਨ ਉਹਨਾਂ ਨੂੰ ਕੇਜਰੀਵਾਲ ਉਹਨਾਂ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਕਰ ਸਕਦੇ ਨੇ। ਏਦਾਂ ਦੀ ਖਬਰਾਂ ਆਮ ਆਦਮੀ ਪਾਰਟੀ ਦੇ ਇੰਟਰਨਲ ਸਰਕਲ ਤੋਂ ਨਿਕਲ ਕੇ ਆ ਰਹੀ ਹੈ। ਹੁਣ ਤੁਸੀਂ 10 ਤਰੀਕ ਮੰਨ ਕੇ ਗੱਲ ਕਰਦੇ ਆ ਕਿ ਨਹੀਂ ਕਰਦੇ ਆ ਉਹ ਤੇ ਉਹਨਾਂ ਦੀ ਮਰਜ਼ੀ ਹੈ, ਪਰ ਇਹ ਇੱਕ ਬੜੀ ਪੁਖਤਾ ਸਰੋਤਾਂ ਤੋਂ ਸਾਡੇ ਕੋਲ ਖਬਰ ਹੈਗੀ ਹੈ ਕਿ ਇਹ ਹੋਣ ਜਾ ਰਿਹਾ। ਮਤਲਬ 10 ਤਰੀਕ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਭਗਵੰਤ ਮਾਨ ਦੀ ਲਾਟਰੀ ਲੱਗਣ ਵਾਲੀ ਆ। ਭਗਵੰਤ ਮਾਨ ਭੀੜ ਖਿੱਚਣ ਵਾਲਾ ਇਕਲੌਤਾ ਚਿਹਰਾ ਆਮ ਆਦਮੀ ਪਾਰਟੀ ਕੋ, ਕਦੇ ਇਹੀ ਚਿਹਰਾ ਪੀਪਲਸ ਪਾਰਟੀ ਆਫ ਪੰਜਾਬ ਕੋਲੇ ਵੀ ਭੀੜ ਖਿੱਚਣ ਲਈ ਹੁੰਦਾ ਸੀ, ਤੇ ਫਿਰ ਜਦੋਂ ਨਵਜੋਤ ਸਿੰਘ ਸਿੱਧੂ ਦੀ ਐਡਜਸਟਮੈਂਟ ਹੋ ਗਈ, ਰਾਜੇਵਾਲ ਸਿਰ ਫੇਰ ਗਏ, ਸਿਆਸਤ ਚ ਆਉਣ ਤੋਂ ਮਨਾ ਕਰ ਗਏ, ਤੇ ਹੁਣ ਭਗਵੰਤ ਮਾਨ ਲਈ ਲਗਭਗ ਮੰਚ ਤਿਆਰ ਕਰ ਲਿਆ ਗਿਆ। ਕਾਫੀ ਹੱਦ ਤੱਕ ਤਿਆਰੀ ਕਰ ਲਈ ਗਈ ਹੈ। ਸਿਆਸਤ ਵਿੱਚ ਕੁਝ ਵੀ ਸਥਿਰ ਨਹੀਂ ਹੁੰਦਾ, ਹੋ ਸਕਦਾ ਹੈ ਕਿ ਇਹਦੇ ਵਿੱਚ ਕੋਈ ਅਚਨਚੇਤੀ ਤਬਦੀਲੀ ਆ ਜਾਏ, ਕਿਉਂਕਿ ਹਰ ਦਿਨ ਦੇ ਆਧਾਰ ਤੇ ਪੰਜਾਬ ਦੀ ਪੋਲਿਟਿਕਸ ਮੋੜ ਲੈ ਰਹੀ ਹੈ। ਅੱਜ ਦੀਆਂ ਘਟਨਾਵਾਂ, ਵਿਕਰਮ ਮਜੀਠੀਆ ਦੇ ਮਾਮਲੇ, ਬੇਅਦਬੀ ਵਾਲੇ ਮਾਮਲੇ, ਤੇ ਉਸ ਤੋਂ ਬਾਅਦ ਬੀਜੇਪੀ ਵੱਲ ਹੋੜ ਜਿਹੜੀ ਲੱਗੀ ਆ, ਟੁੱਟ ਭੱਜ ਦੀ ਰਾਜਨੀਤੀ ਹੈ, ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ, ਔਰ ਕੋਈ ਵੱਡਾ ਚਿਹਰਾ ਆਮ ਆਦਮੀ ਪਾਰਟੀ ਨਾਲ ਵੀ ਖਲੋ ਸਕਦਾ। ਜੇ ਇਸ ਤਰ੍ਹਾਂ ਵਾਪਰਦਾ ਤਾਂ ਫਿਰ ਭਗਵੰਤ ਮਾਨ ਦੀ ਲਾਟਰੀ ਲੱਗਦੀ ਰਹਿ ਵੀ ਸਕਦੀ ਹੈ, ਲੇਕਿਨ ਹੁਣ ਤੱਕ ਦੀ ਗੱਲ ਇਹੀ ਹੈ ਕਿ ਭਗਵੰਤ ਮਾਨ ਨੂੰ ਚਿਹਰੇ ਵਜੋਂ ਪੇਸ਼ ਕਰਤਾ ਜਾਊਗਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਦੇ ਵਿੱਚ ਬਹੁਤ ਜ਼ਿਆਦਾ ਬੇਚੈਨ ਮਹਿਸੂਸ ਕਰ ਰਹੇ ਆ, ਤੇ ਬਾਕੀ ਜਿਨ੍ਹਾਂ ਲੋਕਾਂ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ, ਨਿੱਜੀ ਤੌਰ ਤੇ ਕਿਸੇ ਦੀ ਕੀ ਰਾਏ ਆ ਔਰ ਉਹ ਕਦੋਂ ਆਪਣਾ ਮਨ ਬਦਲ ਲੈਣ, ਇਹ ਅਲੱਗ ਇਸ਼ੂ ਨੇ, ਲੇਕਿਨ ਸੱਚ ਇਹੀ ਹੈ ਕਿ ਇਸੇ ਤਰ੍ਹਾਂ ਦੀਆਂ ਕਨਸੋਆਂ ਤੇ ਕਵਾਇਦਾਂ ਅੱਗੇ ਵਧ ਰਹੀਆਂ। ਮਿਹਰਬਾਨੀ, ਧੰਨਵਾਦ ਜੀ।